ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕ ਸਰੀਰਕ ਤਲ ਤੇ ਜੀਨੇ ਆ, ਇੱਕ ਮਾਨਸਿਕ ਤਲ ਤੇ, ਮਨ ਕਰਕੇ। ਜਿੱਥੇ ਸਾਡਾ ਸਰੀਰ ਸਵਾਸ ਲੈਂਦਾ, ਭੋਜਨ ਖਾਂਦਾ, ਉੱਥੇ ਸਾਡੇ ਮਨ ਦੀ ਵੀ ਆਪਣੀ ਖੁਰਾਕ ਹੈ, ਆਪਣੇ ਸਵਾਸ ਨੇ, ਜਿੰਦੀ ਗੱਲ ਪਿਛਲੀਆਂ ਪੌੜੀਆਂ ਤੋਂ ਸਤਿਗੁਰ ਪਾਤਸ਼ਾਹ ਕਰਦੇ ਆਏ ਨੇ ਕਿ ਇਹ ਮਨ ਦਾ ਆਸਰਾ ਸਵਾਸ ਨੇ। ਇਸੇ ਸਵਾਲ ਤੋਂ ਹੀ ਸਤਿਗੁਰੂ ਜੀ ਨੇ ਇਸ ਪੌੜੀ ਦੀ ਸ਼ੁਰੂਆਤ ਰੱਖੀ ਸਾਡੇ ਸਾਹਮਣੇ, ਕਿਉਂਕਿ ਸਾਨੂੰ ਜਦ ਤੱਕ ਇਹ ਨਹੀਂ ਸਮਝ ਆਏਗੀ, ਆਪਾਂ ਬਹੁਤ ਵਾਰ ਗੱਲ ਇੱਕ ਦੁਨਿਆਵੀ ਐਗਜ਼ਾਮਪਲ ਤੋਂ ਕਰਦੇ ਹੁੰਦੇ ਆ ਕਿ ਜਿਵੇਂ ਸਰੀਰ ਨੂੰ ਭੁੱਖ ਲੱਗਦੀ ਹੈ, ਉਹਨੂੰ ਭੋਜਨ ਦੀ ਲੋੜ ਹੈ। ਘਰ ਦੇ ਵਿੱਚ ਬੱਚੇ ਹੁੰਦੇ ਨੇ, ਸਕੂਲ ਤੋਂ ਆਏ ਜਾਂ ਕਿਤੋਂ ਬਾਹਰੋਂ ਆਏ, ਭੁੱਖ ਲੱਗੀ, ਹੁਣ ਭੋਜਨ ਚਾਹੀਦਾ ਹੈ। ਜੇ ਸਿਆਣੀ ਮਾਂ ਨੇ ਕੁਝ ਚੰਗਾ ਨਿਊਟ੍ਰੀਸ਼ਨ ਵੈਲਿਊ ਵਾਲਾ ਖਾਣਾ ਤਿਆਰ ਨਹੀਂ ਕੀਤਾ ਤਾਂ ਉਹ ਬੱਚਾ ਕੀ ਕਰੇਗਾ? ਉਹ ਜੰਕ ਖਾਏਗਾ ਜਾਂ ਘਰ ਦੇ ਸਾਰੇ ਡੱਬੇ ਫਰੋਲੇਗਾ ਕਿ ਕਨਫੈਕਸ਼ਨਰੀ ਚ ਜਾਂ ਕੁਛ ਹੋਰ, ਉਹਨੂੰ ਜੋ ਮਿਲੇ, ਕਿਉਂਕਿ ਉਹਨੂੰ ਭੁੱਖ ਲੱਗੀ, ਉਹਨੇ ਖਾਣਾ ਹੈ। ਪਰ ਜੇ ਮਾਂ ਉਹਨੂੰ ਉਹਦੇ ਆਉਣ ਤੋਂ ਪਹਿਲੇ ਉਹਦੇ ਲਈ ਭੋਜਨ ਤਿਆਰ ਕਰਕੇ ਰੱਖਦੀ ਹੈ ਤਾਂ ਫਿਰ ਉਹ ਉਹੀ ਖਾਂਦਾ। ਸਾਡਾ ਮਨ ਵੀ ਉਹ ਅਣਜਾਣ ਬੱਚੇ ਦੀ ਨਿਆਈ ਹੈ, ਜਿੰਦੇ ਕੋਲ ਸਮਝ ਦਾ ਪਹਿਲੂ ਘੱਟ ਹੈ। ਉਹਨੂੰ ਇੰਨਾ ਪਤਾ ਹੈ ਕਿ ਮੈਨੂੰ ਭੁੱਖ ਲੱਗੀ ਹੈ, ਮੈਂ ਖਾਣਾ ਹੈ। ਕੀ ਖਾਣਾ ਹੈ, ਇਸ ਦੀ ਸਮਝ ਉਹਦੇ ਪੱਲੇ ਨਹੀਂ ਹੈ, ਜੋ ਕਿ ਗੁਰੂ ਕੋਲੋਂ ਮਿਲਣੀ ਸੀ, ਗੁਰੂ ਕੋਲ ਬੈਠਦਾ ਨਹੀਂ ਹੈ। ਤਾਂ ਫਿਰ ਇਹ ਆਪਣੀ ਮਨ ਆਈ ਦੇ ਅਧੀਨ, ਜਿਹਨੂੰ ਮਨਮੁਖ ਬਿਰਤੀ ਕਿਹਾ ਬਾਣੀ ਦੇ ਵਿੱਚ, ਉਸਦੇ ਅਧੀਨ, ਕਿਉਂਕਿ ਮਨ ਦਾ ਭੋਜਨ ਕੀ ਹੈ? ਇਹ ਵਿਚਾਰ, ਸ਼ਬਦ, ਗਿਆਨ ਬੜੇ ਤਰੀਕਿਆਂ ਦਾ ਹੈ। ਜਿਵੇਂ ਜਿਵੇਂ ਅਸੀਂ ਇਸ ਪੌੜੀ ਨੂੰ ਸਮਝਾਂਗੇ, ਸਾਨੂੰ ਗੱਲ ਸਮਝ ਆਏਗੀ। ਕਿਉਂਕਿ ਸਵਾਲ ਸਤਿਗੁਰ ਪਾਤਸ਼ਾਹ ਜਦੋਂ ਸ਼ੁਰੂਆਤ ਕਰ ਰਹੇ ਨੇ ਤੇ ਰੱਖ ਰਹੇ ਨੇ, ਮਨ ਕਾ ਜਿਉ ਪਵਨ ਕਥੀਅਲ, ਇਹ ਪਿੱਛੇ ਗਿਆ ਸੀਗਾ ਕਿ ਮਨ ਦਾ ਆਧਾਰ, ਆਸਰਾ, ਜਿੰਦ, ਪ੍ਰਾਣ, ਇਹ ਹਵਾ ਹੈ, ਇਹ ਸਵਾਸ ਨੇ। ਤਾਂ ਪਵਨ ਕਹਾਂ ਰਸ ਖਾਈ, ਫਿਰ ਇਹ ਸਵਾਸਾਂ ਦਾ ਆਸਰਾ ਕੀ ਹੈ? ਹੁਣ ਸਵਾਲ ਪੈਦਾ ਹੁੰਦਾ ਹੈ, ਸਵਾਸਾਂ ਦਾ ਆਸਰਾ ਹਵਾ ਹੈ, ਆਕਸੀਜਨ ਹੈ, ਪਰ ਮਨ ਨੂੰ ਤਾਂ ਆਕਸੀਜਨ ਨਹੀਂ ਚਾਹੀਦੀ ਇਹ ਵਾਲੀ, ਜਿਹੜੀ ਬਾਹਰੀ ਪੱਖ ਤੋਂ, ਯਾਨੀ ਇਹਦੇ ਲਈ ਮੈਨੂੰ ਕੋਈ ਹੋਰ ਆਕਸੀਜਨ ਦੀ ਲੋੜ ਸੀਗੀ। ਹੋਰ ਇਹਨੂੰ ਥੋੜਾ ਗਹਿਰਾਈ ਨਾਲ ਦੇਖੀਏ। ਹੁਣ ਹਰ ਕੋਈ ਜਿਹੜੀ ਚੀਜ਼ ਹੈ ਨਾ, ਉਹ ਸਵਾਸਾਂ ਤੇ ਹੀ ਜਿੰਦਾ ਹੈ। ਹਰ ਕੋਈ ਸਵਾਸ ਦੇ ਆਧਾਰ ਤੇ ਚੱਲ ਰਿਹਾ ਹੈ, ਜਿਹੜੇ ਪ੍ਰਾਣ ਹੈ। ਇਸੇ ਗੱਲ ਦਾ, ਕਿਉਂਕਿ ਮੈਂ ਵਿੱਚੋਂ ਪੰਕਤੀ ਛੱਡ ਕੇ ਜਵਾਬ ਤੇ ਸਿੱਧਾ ਜਾ ਰਹੀ ਹਾਂ ਤਾਂ ਕਿ ਸਾਨੂੰ ਗੱਲ ਸੌਖਿਆਂ ਸਮਝ ਆ ਜਾਏ। ਤੀਜੀ ਪੰਕਤੀ ਚ ਕਿਹਾ, ਬਿਨ ਸ਼ਬਦੇ ਰਸ ਆਵੈ ਉਦੂ, ਹੋਮੇ ਪਿਆਸ ਨਾ ਜਾਏ। ਬਿਨ ਸ਼ਬਦੇ ਰਸ ਨਾ ਆਵੈ ਉਦੂ, ਹੋਮੇ ਪਿਆਸ ਨਾ ਜਾਏ। ਵੀ ਹੇ ਉਦੂ, ਹੇ ਜੋਗੀ, ਜਦ ਤੱਕ ਸ਼ਬਦ ਵਾਲਾ ਰਸ, ਯਾਨੀ ਮੈਨੂੰ ਆਹ ਸਵਾਸ ਚਾਹੀਦੇ ਸੀਗੇ, ਜਿਹਨੂੰ ਮੈਂ ਸੋਦਰ ਬਾਣੀ ਚ ਪੜਦਾ ਵਾਂ, ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਸਵਾਸ ਕਿੱਥੋਂ ਮਿਲਨੇ ਸੀ? ਗੁਰੂ ਕੋਲੋਂ ਮਿਲਨੇ ਸੀਗੇ। ਹੁਣ ਅਸੀਂ ਦੁਨਿਆਵੀ ਤੌਰ ਤੇ ਦੇਖੀਏ, ਬੜੀ ਵਾਰ ਹੁੰਦਾ ਸਾਡਾ ਮਨ ਜਿੱਥੇ ਜੁੜਿਆ ਹੁੰਦਾ ਨਾ, ਸਾਡੇ ਸਾਹ ਉੱਥੇ ਹੀ ਵਸਦੇ ਨੇ। ਕਈ ਵਾਰ ਸਾਨੂੰ ਕੋਈ ਬਾਹਰੋਂ ਕੋਈ ਅਨਸੁਖਾਵੀਂ ਘਟਨਾ ਜਾਂ ਕੁਝ ਏਦਾਂ ਦਾ ਸੁਣਨ ਨੂੰ ਮਿਲੇ ਤਾਂ ਅਸੀਂ ਸਹਿਜ ਸੁਭਾਏ ਕਹਿ ਦਿੰਦੇ ਹਾਂ, ਹਾਏ ਮੇਰੇ ਤਾਂ ਸਾਹ ਹੀ ਰੁਕ ਗਏ, ਹਾਏ ਮੇਰੇ ਤਾਂ ਪ੍ਰਾਣ ਹੀ ਨਿਕਲ ਗਏ ਸੀਗੇ। ਯਾਨੀ ਇੱਕ ਸਰੀਰਕ ਸਵਾਸ ਨੇ, ਇੱਕ ਜਿੱਥੇ ਸਾਡਾ ਮਨ ਜੁੜਿਆ ਹੋਇਆ ਹੈ, ਮਨ ਟਿਕਿਆ ਹੋਇਆ ਹੈ। ਜਦੋਂ ਉਹ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਵੀ ਅਸੀਂ ਕਹਿੰਦੇ ਹਾਂ, ਹਾਏ ਮੈਂ ਮਰ ਗਿਆ, ਹਾਏ ਮੇਰਾ ਤਾਂ ਸਾਹ ਹੀ ਰੁਕ ਗਿਆ। ਪਰ ਹੁਣ ਇਹ ਸਵਾਸ ਦੀ ਜਗ੍ਹਾ, ਜਿਹਨੂੰ ਸਤਿਗੁਰ ਪਾਤਸ਼ਾਹ ਨੇ ਨਾ ਇੱਕ ਸ਼ਲੋਕ ਹੈ, ਉਹ ਬੜਾ ਗਹਿਰਾਈ ਵਾਲਾ, ਅਸੀਂ ਸ਼ਲੋਕ ਨਹੀਂ ਲੈ ਸਕਦੇ ਕਿਉਂਕਿ ਉਹਨੂੰ ਛੇੜਾਂਗੇ ਤਾਂ ਬੜਾ ਔਖਾ ਹੋ ਜਾਏਗਾ ਉਹਨੂੰ ਖੋਲਣਾ। ਉਹਦੀ ਅਖੀਰਲੀ ਪੰਕਤੀ ਮੈਂ ਸਿਰਫ ਸਾਂਝੀ ਕਰਦੀ ਹਾਂ। ਉੱਥੇ ਸਤਿਗੁਰ ਪਾਤਸ਼ਾਹ ਕਹਿੰਦੇ, ਨਾਨਕ ਜਿਉਂ ਜਿਉਂ ਸੱਚੇ ਭਾਵੈ
त्यों त्यों दे गिरा। जिवें जिवें उस जिथे जिथे जिंदी खुराक है तां उवें दे जिहड़ा ਉਹ ਗਰਾਈਆਂ ਉਹ ਮਾਲਕ ਦੇ ਰਿਹਾ। ਹੁਣ ਇਹ ਗਰਾਈਆਂ ਸਿਰਫ ਮੂੰਹ ਨਾਲ ਖਾਣ ਵਾਲੀ ਰੋਟੀ ਥੋੜਾ ਨਾ, ਹਰ ਗਿਆਨ ਇੰਦਰੇ, ਹਰ ਕਰਮ ਇੰਦਰੇ, ਮਨ ਜਿਸ ਤਲ ਤੇ ਜੀ ਰਿਹਾ ਉਹਦੀ ਉਹ ਖੁਰਾਕ ਬਣੀ ਹੋਈ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਸ਼ਬਦ ਤੋਂ ਬਿਨਾ ਕਿਸੇ ਦਾ ਕੋਈ ਆਧਾਰ ਹੈ ਹੀ ਨਹੀਂ। ਸ਼ਬਦ ਹੀ ਪ੍ਰਾਣਾ ਦਾ ਆਧਾਰ ਹੈ। ਜੇ ਸ਼ਬਦ ਦਾ ਆਧਾਰ ਨਹੀਂ ਤਾਂ ਸਾਹ ਔਖੇ ਨੇ, ਪਰ ਜੇ ਆਧਾਰ ਸ਼ਬਦ ਬਣ ਜਾਏ ਤਾਂ ਫਿਰ ਇਹ ਸਾਹ ਠੰਡੇ ਹੋ ਜਾਂਦੇ ਨੇ। ਹੁਣ ਜੇ ਸ਼ਬਦ ਆਧਾਰ ਬਣ ਗਿਆ, ਸਵਾਸ ਬਣ ਗਏ, ਤਾਂ ਹੁਣ ਜਿਹੜੇ ਉਹ ਲਾਲਚ ਵਾਲੇ, ਉਹ ਪਰ ਧਨ ਵਾਲੇ, ਗੁੱਸੇ ਵਾਲੇ, ਜਿਹੜੇ ਮੇਰੇ ਤਪਦੇ ਸਾਹ ਸੀ ਨਾ, ਔਖੇ ਹੌਂਕਿਆਂ ਵਾਲੇ, ਉਹ ਠੰਡੇ ਹੋ ਗਏ। ਇਹ ਸੀਗੇ ਮੈਨੂੰ ਸਵਾਸ ਚਾਹੀਦੇ, ਨਹੀਂ ਤਾਂ ਇਹਨਾਂ ਤੋਂ ਬਿਨਾ ਆਖਾਂ ਜੀਵਾਂ ਵਿਸਰੇ ਮਰ ਜਾਉ ਹੋ ਰਿਹਾ ਸੀਗਾ, ਮੈਨੂੰ ਟਿਕਾ ਹੀ ਨਹੀਂ ਬਣ ਰਿਹਾ ਸੀਗਾ। ਸ਼ਬਦ ਹੀ ਜੀਵਨ ਨੂੰ ਟਿਕਣ ਦਾ ਜਿਹੜਾ ਹੈ ਸਹੀ ਡਾਇਰੈਕਸ਼ਨ 'ਚ ਚੱਲਣ ਦਾ ਆਧਾਰ ਦਿੰਦਾ ਹੈ। ਸ਼ਬਦ ਤੋਂ ਬਿਨਾ ਜ਼ਿੰਦਗੀ ਦਾ ਸਵਾਦ ਨਹੀਂ ਆ ਸਕਦਾ, ਕਿਉਂਕਿ ਸ਼ਬਦ ਤੋਂ ਬਿਨਾ ਹੋਮੇ ਵਾਲੀ ਤ੍ਰੇ ਕਦੀ ਮਿਟਦੀ ਨਹੀਂ, ਤੇ ਜਦੋਂ ਤ੍ਰੇ ਹੀ ਨਹੀਂ ਮਿਟੀ ਤਾਂ ਫਿਰ ਕੀ ਹੈ, ਭਟਕਣਾ ਹੀ ਹੈ ਨਾ। ਆਨੰਦ ਸਾਹਿਬ ਬਾਣੀ ਦੇ ਵਿੱਚ ਸਤਿਗੁਰ ਪਾਤਸ਼ਾਹ ਇਸੇ ਗੱਲ ਨੂੰ ਜਦੋਂ ਕਰਦੇ ਨਾ ਤੇ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਇਸ ਜੀਭ ਦੇ, ਇਸ ਰਸਨਾ ਦੇ ਆਪਣੇ ਸਵਾਦ ਨੇ, ਆਪਣੇ ਸਵਾਸ ਨੇ, ਕਿੱਥੇ ਕਿੱਥੇ ਜੁੜੀ ਹੋਈ ਹੈ। ਹੋ ਸਕਦਾ ਹੈ ਕਿਸੇ ਦੀ ਮਾੜਾ ਬੋਲਣ ਦੀ ਵਾਦੀ 'ਚ, ਹੋ ਸਕਦਾ ਹੈ ਕਿਸੇ ਦੀ ਨਿੰਦਾ ਦੇ ਵਿੱਚ, ਹੋ ਸਕਦਾ ਹੈ ਕਿਸੇ ਦੀ ਸੈਲਫ ਪ੍ਰੇਜ਼ ਦੇ ਵਿੱਚ, ਕੋਈ ਵੀ ਹੋ ਸਕਦਾ ਹੈ, ਬਦਖੋਈ ਦੇ ਵਿੱਚ, ਬਖੀਲੀ ਦੇ ਵਿੱਚ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਕਿੱਦਾਂ ਮਿਟੇਗੀ ਤੇਰੀ ਪਿਆਸ? ਇਹ ਤਾਂ ਸਿਰਫ ਇੱਕ ਜੇਬਾਂ ਦੀ ਗੱਲ ਹੋ ਰਹੀ ਹੈ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਤੇ ਫਿਰ ਕਿਆ ਇਹ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ। ਤੇ ਇੱਥੇ ਜਿਹੜੇ ਸ਼ਬਦ ਵਿੱਚ ਕਿਹਾ ਕਿ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਹੋਰ ਤਰੀਕਿਆਂ ਨਾਲ ਪਿਆਸ ਨਹੀਂ ਬੁਝ ਸਕਦੀ, ਇਹ ਹਰ ਰਸ ਕਰਮੀ ਪਾਈਏ। ਮਾਲਕ ਜੀ ਦੀ ਬਖਸ਼ਿਸ਼ ਦੇ ਨਾਲ ਸਾਨੂੰ ਇਹ ਸ਼ਬਦ ਵਾਲੇ ਸਵਾਸ ਮਿਲਦੇ ਨੇ। ਕਹੈ ਨਾਨਕ ਹੋਰ ਅਨ ਰਸ ਸਭ ਵੀਸਰੈ, ਜਾ ਹਰ ਵਸੈ ਮਨ ਆਏ। ਜਿਹੜਾ ਸ਼ਬਦ ਭੈਣ ਜੀ ਨੇ ਵੀ ਸਾਂਝਾ ਕੀਤਾ ਵੀ ਜੇ ਇਹ ਰਸ ਆ ਗਿਆ, ਰਾਮ ਰਸ ਪੀਆ ਰੇ, ਤੇ ਫਿਰ ਜੇ ਰਾਮ ਰਸ ਪੀਣ ਦੀ ਜਾਚ ਆ ਗਈ ਤੇ ਬਾਕੀ ਰਸਾਂ ਦੀ ਥਾਂ ਕਿੱਥੇ ਰਹਿਣੀ? ਫਿਰ ਤਾਂ ਲੋੜ ਹੀ ਨਹੀਂ ਹੈ, ਫਿਰ ਉਹਨਾਂ ਦੀ ਥਾਂ ਹੀ ਨਹੀਂ ਹੈ। ਰਾਦਰ ਦੈਨ ਲੋੜ ਦੀ ਜਗ੍ਹਾ ਉਹਨਾਂ ਦੀ ਜਗ੍ਹਾ ਹੀ ਨਹੀਂ ਰਹਿ ਜਾਣ। ਪਰ ਕਿਉਂਕਿ ਮਨ ਦੇ ਵਿੱਚ ਹਜੇ ਹੋਰ ਬੜੇ ਸਾਹ ਵਸੇ ਹੋਏ, ਲਾਲਚ ਵਾਲੇ, ਦਵੈਸ਼ ਵਾਲੇ, ਹੰਕਾਰ ਵਾਲੇ, ਤੇ ਮਨ ਉਹਨਾਂ ਦੇ ਆਧਾਰ ਤੇ ਜੀ ਰਿਹਾ ਤੇ ਉਹਨਾਂ ਦੇ ਨਾਲ ਹੀ ਇਹਦਾ ਪੂਰਤੀ ਹੋ ਰਹੀ ਹੈ। ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇਖੀਏ। ਕਈ ਵਾਰ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ ਆਪਾਂ ਬਹੁਤ ਕੁਝ ਕਰਦੇ ਹਾਂ ਨਾ, ਕਿਸੇ ਲਈ ਬੜੀ ਆਓ ਭਗਤ ਕੀਤੀ ਜਾਂ ਕਿਸੇ ਦਾ ਬੜਾ ਧਿਆਨ ਰੱਖ ਲਿਆ, ਉਹ ਆਇਆ ਤੇ ਉਹਦੀ ਜਿਹੜੀ ਲੋੜ ਸੀ ਉਹਦੀ ਪੂਰਤੀ ਕਰ ਲਈ, ਆਪਾਂ ਕਰ ਲਿਆ, ਪਰ ਵਾਪਸੀ ਤੇ ਸਾਨੂੰ ਕੁਝ ਨਹੀਂ ਮਿਲਿਆ। ਤੇ ਹੁਣ ਕਿਉਂਕਿ ਉਮੀਦ ਲਾਈ ਸੀ, ਐਕਸਪੈਕਟੇਸ਼ਨ ਸੀਗੀ, ਪ੍ਰਾਪਤ ਨਹੀਂ ਹੋਈ, ਤਾਂ ਫਿਰ ਅਸੀਂ ਕੀ ਕਹਿੰਦੇ ਆ, ਇਹ ਤਾਂ ਕਿਰਤ ਕਰਨੀ ਹੈ। ਹੁਣ ਮੇਰੇ ਸਾਹ ਕਿੱਥੇ ਸੀਗੇ ਕਿ ਜੋ ਮੈਂ ਕੀਤਾ ਹੁਣ ਉਹਦੇ ਬਦਲੇ ਮੇਰੇ ਲਈ ਕੋਈ ਸ਼ਬਦ ਚੰਗੇ ਬੋਲੇ ਜਾਣ, ਚਾਰ ਬੰਦਿਆਂ 'ਚ ਮੇਰੀ ਗੱਲ ਹੋਵੇ ਨਾ। ਤਾਂ ਇਹ ਭੁੱਖ ਜਿਹੜੀ, ਜਿਹਨੂੰ ਸਤਿਗੁਰ ਪਾਤਸ਼ਾਹ ਬਾਣੀ 'ਚ ਏਦਾਂ ਵੀ ਕਹਿੰਦੇ ਨੇ, ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ,
अखी देख न रजियां गुण गाहक एक बार, कि इस आखन आख ना रजिया, हाँ जी, कि इनू अंदर हर वेले जुबान नू ਇਹ ਸੀਗੀ कि कोई मेरे मैं वधिया बोले मेरे लिए, ਕੰਨ ਸੁਣਨਾ ਚਾਹੁੰਦੇ ਸੀਗੇ कि कोई मेरी प्रेज करे, ਅੱਖਾਂ ਪਰਾਇਆ ਰੂਪ ਤੇ ਆਪਣੇ ਪ੍ਰਤੀ ਚੰਗਾ ਸੁਣਨ ਲਈ ਦੇਖਣ ਲਈ, ਇਹ ਇੱਕੋ ਹੀ ਇਹ ਗੁਣ ਇਹਨਾਂ ਨੂੰ ਚਮੜਿਆ ਹੋਇਆ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਇਹ ਭੁੱਖਾ ਬੰਦੇ ਜਿਹਨੂੰ ਕਿਹਾ ਸੀ ਨਾ, ਇਹ ਤ੍ਰਿਸ਼ਨਾ, ਇਹ ਵਾਲੀ ਤ੍ਰਿਸ਼ਨਾ ਬੁਝਣੀ ਨਹੀਂ ਹੈ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ, ਜਾਂ ਗੁਣ ਕੈ ਗੁਣੀ ਸਮਾਏ। ਉਸ ਮੈਨੂੰ ਯਾਦ ਆ ਗਿਆ, ਬਜ਼ੁਰਗ ਨਾ ਘਰਾਂ 'ਚ ਕਹਿੰਦੇ ਹੁੰਦੇ ਸੀ, ਕਦੀ ਕੋਈ ਕਿਸੇ ਦੇ ਦਿੱਤਿਆਂ ਵੀ ਰੱਜਦਾ, ਬੰਦਾ ਆਪਣੇ ਘਰੋਂ ਹੀ ਰੱਜਦਾ ਹੈ। ਤਾਂ ਹੀ ਤਾਂ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਾਣੀ 'ਚ ਸਮਝਾਇਆ ਕਿ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਕਹਿੰਦੇ ਆ ਜਿਹੜੀ ਦੁਨੀਆ ਦੀਆਂ ਵਡਿਆਈਆਂ ਨੇ ਨਾ, ਜਿਨ੍ਹਾਂ ਨੂੰ ਤੂੰ ਹਰ ਵੇਲੇ ਲੋਚਦਾ ਹੈ, ਇਹਨਾਂ ਨੂੰ ਅੱਗ 'ਚ ਸਾੜ ਕੇ ਸੁਆਹ ਕਰ ਦੇ। ਹੁਣ ਕਿੱਡਾ ਰਮਜ਼ ਛੁਪਿਆ ਹੋਇਆ ਹੈ ਵੀ ਵਡਿਆਈ ਮਤਲਬ ਕੀ ਐਕਸਪੈਕਟੇਸ਼ਨ। ਹੁਣ ਜੇ ਐਕਸਪੈਕਟੇਸ਼ਨ ਪੂਰੀ ਨਹੀਂ ਹੋਈ ਤਾਂ ਵੀ ਦਿੱਕਤ ਹੈ, ਪੂਰੀ ਹੋ ਗਈ ਤੇ ਤਾਂ ਵੀ ਦਿੱਕਤ ਹੈ, ਫਿਰ ਹੋਰ ਦੀ, ਕਿਉਂਕਿ ਇਹ ਤਾਂ ਤ੍ਰਿਸ਼ਨਾ ਵਾਲੀ ਅੱਗ ਹੈ। ਇਹ ਨਹੀਂ ਜਲਈ, ਕਹਿੰਦੇ ਸੜੀਆਂ ਹੋਈਆਂ ਹੀ, ਤੇ ਜਿਹੜੀਆਂ ਆਪ ਸੜੀਆਂ ਉਹ ਤੈਨੂੰ ਵੀ ਸਾੜਨਗੀਆਂ ਨਾ। ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ, ਇਹਨੇ ਤੇਰੇ ਅੰਦਰ ਨਾਮ ਨੂੰ ਮੁਕਾ ਦੇਣਾ, ਭਾਵ ਗੁਨਾਹ ਨੂੰ ਮੁਕਾ ਦੇਣਾ। ਸੈਲਫਲੈਸ ਹੋ ਕੇ, ਦੂਜੇ ਤੋਂ ਐਕਸਪੈਕਟ ਕੀਤੇ ਬਿਨਾ ਜਦੋਂ ਕੁਝ ਵੀ ਕਰਦੇ ਆ ਤਾਂ ਸਾਹਮਣੇ ਵਾਲੇ ਦਾ ਨਹੀਂ ਪਤਾ, ਪਰ ਤੁਸੀਂ ਆਪਣੇ ਅੰਦਰ ਬੜਾ ਟਿਕਾਅ ਮਹਿਸੂਸ ਕਰਦੇ ਹੋ। ਗੁਰੂ ਸਾਹਿਬ ਸਾਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਨੇ, ਜਿਹਨੂੰ ਅਗਲੇ ਸ਼ਬਦ ਦੇ ਅਗਲੀ ਪੰਕਤੀ ਦੇ ਵਿੱਚ ਹੀ ਕਿਹਾ, ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਏ। ਹੁਣ ਜਿਹੜਾ ਰਾਜੀ ਗਿਆ, ਜਿਹੜਾ ਅਘਾ ਗਿਆ, ਜਿਸ ਮਨੁੱਖ ਦੇ ਅੰਦਰ ਸ਼ਬਦ ਦੇ ਰਾਹੀਂ ਮਾਲਕ ਜੀ ਦੇ ਰੰਗ ਦੇ ਵਿੱਚ ਰੰਗਿਆ ਗਿਆ, ਭਾਵ ਸ਼ਬਦ ਅਨੁਸਾਰੀ ਹੋ ਗਿਆ, ਫਿਰ ਉਹਨੂੰ ਜੀਵਨ 'ਚ ਅੰਮ੍ਰਿਤ ਰਸ ਪ੍ਰਾਪਤ ਹੁੰਦਾ, ਭਾਵ ਜਿਹੜਾ ਆਤਮਕ ਮੌਤ ਮਰਨ ਨਹੀਂ ਦਿੰਦਾ। ਤੇ ਆਤਮਕ ਮੌਤ ਕਿੰਨੇ ਮਾਰਿਆ ਹੋਇਆ ਸੀ? ਇਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਸੱਚ ਭਾਵ ਨਾਮ ਵਿੱਚ ਜੁੜ ਕੇ ਮਨੁੱਖ ਸੰਤੋਖੀ ਹੋ ਜਾਂਦਾ ਹੈ, ਅਘਾ ਜਾਂਦਾ ਹੈ। ਔਰ ਅਸੀਂ ਆਸਾ ਕੀ ਵਾਰ ਬੜੀਆਂ ਕਲਾਸਾਂ ਦੇ ਵਿੱਚ ਕੀਤੀ ਹੈ, ਤੇ 7ਵੀਂ ਪੌੜੀ 'ਚ ਸਤਿਗੁਰ ਪਾਤਸ਼ਾਹ ਫਿਰ ਉਸ ਜੀਵਨ ਦਾ ਬਿਆਨ ਕਰਦੇ ਨੇ, ਜਦੋਂ ਕਹਿੰਦੇ ਨਾ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖੇ ਹੋਣ, ਕਰ ਸੁਕ੍ਰਿਤ ਧਰਮ ਕਮਾਇਆ। ਫਿਰ ਜੀਵਨ ਏਦਾਂ ਦਾ, ਸੋਹਣੀ ਕਿਰਤ ਵਾਲਾ, ਫਿਰ ਕਿਸੇ ਪ੍ਰਤੀ ਲਾਂਭਾ ਨਹੀਂ ਹੈ, ਫਿਰ ਕਿਸੇ ਪ੍ਰਤੀ ਅੰਦਰ ਗੁੱਸਾ ਨਹੀਂ ਹੈ, ਗਿਲਾ ਨਹੀਂ ਹੈ, ਕਿਸੇ ਤੋਂ ਐਕਸਪੈਕਟੇਸ਼ਨ ਨਹੀਂ ਹੈ, ਬਲਕਿ ਉਹ ਮੰਦੇ ਪਾਸੇ ਜਾਂਦੇ ਹੀ ਨਹੀਂ। ਉਹਨੀ ਮੰਦੇ ਪੈਰ ਨਾ ਰੱਖੇ ਹੋਣ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ। ਹੁਣ ਮੇਰੇ ਬੰਧਨ ਕਿਹੜੇ ਸੀ? ਮੇਰੇ ਬੰਧਨ ਸੀ ਜਿਹੜੀ ਮੈਂ ਇਹ ਔਗੁਣ ਆਪਣੇ ਪੱਲੇ ਬੰਨ, ਨਾਨਕ ਔਗੁਣ ਜਿਤੜੇ ਤੇਤੀ ਗਲੀ ਜੰਜੀਰ ਬਲ। ਤੇ ਹੁਣ ਮੇਰਾ ਜੀਵਨ ਕਿੱਥੇ ਖੜਾ ਹੋ ਗਿਆ? ਜੇ ਮੈਂ ਗੁਰੂ ਦੀ ਕਾਰ ਕਮਾ ਲਈ, ਅੰਮ੍ਰਿਤ ਨੂੰ ਪੀਣ ਦੀ ਜਾਚ ਸਿੱਖ ਲਈ, ਅੰਨ ਪਾਣੀ ਥੋੜਾ ਖਾਇਆ। ਹੁਣ ਥੋੜੇ ਦਾ ਮਤਲਬ ਜਿੰਨੀ ਜ਼ਰੂਰਤ ਹੈ, ਇਹ ਨਹੀਂ ਛੱਡ ਕੇ ਬਹਿ ਜਾਣਾ ਕਿ ਘੱਟ ਖਾ ਕੇ ਮੈਂ ਸ਼ਾਇਦ ਕਿਤੇ ਧਰਮੀ ਹੋ ਜਾਂ, ਕਿਤੇ ਇਸ ਭੁਲੇਖੇ 'ਚ ਵੀ ਨਹੀਂ ਪੈਣਾ, ਬਲਕਿ ਲੋੜ ਲਈ ਜੀਣਾ, ਖੁਆਇਸ਼ਾਂ ਲਈ ਨਹੀਂ ਜੀਣਾ, ਡਿਜ਼ਾਇਰਸ ਦੇ ਪਿੱਛੇ ਨਹੀਂ ਭਜਣਾ। ਜਿੰਨੀ ਲੋੜ ਹੈ ਉਹ ਜ਼ਰੂਰ ਕਰੀਏ, ਪਰ ਕਿਸੇ ਦਾ ਹੱਕ ਮਾਰ ਕੇ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਉਹ ਨਹੀਂ ਕਰਨੀ। ਅੰਨ ਪਾਣੀ ਥੋੜਾ ਖਾਇਆ ਤੇ ਫਿਰ ਰੱਬ ਜੀ ਪ੍ਰਤੀ ਨਜ਼ਰਿਆ, ਤੂੰ ਬਖਸ਼ਿਸ਼ੀ ਅਗਲਾ। ਅਗਲਾ ਹੁੰਦਾ ਵੱਡਾ ਬਹੁਤ, ਰੱਬ ਜੀ ਮੇਰੀ ਤਾਂ ਇੰਨੀ ਲੋੜ ਹੀ ਨਹੀਂ ਹੈ,
ਇੰਨਾ ਕੁਝ ਬਖਸ਼ਿਆ, ਯਾਨੀ ਸ਼ੁਕਰ ਚ ਆ ਜਾਣਾ, ਸ਼ੁਕਰਾਨੇ ਦੇ ਨਾਲ ਭਰ ਜਾਣਾ। ਤੇ ਲੱਗਦਾ ਹੈ ਨਿਤ ਦੇਵੈ ਚੜ੍ਹੈ ਸਵਾਇਆ, ਬਹੁਤ ਬਖਸ਼ਿਸ਼ ਹੈ, ਬਹੁਤ ਕੁਝ ਦੇ ਰਿਹਾ। ਤੇ ਬਹੁਤੀ ਵਾਰੀ ਸਾਡਾ ਨਜ਼ਰੀਆ ਏਦਾਂ ਦਾ ਹੈ ਕਿ ਅਸੀਂ ਆਪਣੀਆਂ ਦੁਨਿਆਵੀ ਪ੍ਰਾਪਤੀਆਂ ਤੋਂ ਹੀ ਨਹੀਂ ਉੱਪਰ ਉੱਠ ਪਾਉਂਦੇ। ਘਰ ਪਰਿਵਾਰ ਆਲਾ ਦੁਆਲਾ ਇਹਦੇ ਚ ਹੀ ਉਲਝ ਕੇ ਰਹਿ ਜਾਂਦੇ ਹਾਂ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਮਾਲਕ ਨੇ ਸਰੀਰਕ ਤਲ ਤੇ ਸਾਨੂੰ ਕਿੰਨਾ ਕੁਝ ਦਿੱਤਾ ਹੋਇਆ, ਕਿੱਡੀ ਵੱਡੀ ਬਖਸ਼ਿਸ਼ ਹੈ ਸਰੀਰ ਰੂਪ ਦੇ ਵਿੱਚ। ਪਰ ਕਿਉਂਕਿ ਅਸੀਂ ਉੱਥੇ ਹੀ ਰਹਿ ਜਾਂਦੇ ਹਾਂ, ਸਾਨੂੰ ਜੀਵਨ ਦੇ ਵਿੱਚ ਮਾਲਕ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਹੀ ਨਹੀਂ ਆਉਂਦੀ। ਇਸੇ ਲਈ ਸਤਿਗੁਰ ਪਾਤਸ਼ਾਹ ਕਹਿੰਦੇ ਜਿਹਨੂੰ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਰੰਗਣ ਦੀ ਜਾਚ ਆ ਜਾਂਦੀ ਹੈ, ਫਿਰ ਉਹ ਇਹ ਅੰਮ੍ਰਿਤ ਨੂੰ ਪੀਂਦਾ ਹੈ। ਉਹ ਅੰਮ੍ਰਿਤ ਸੰਤੋਖ ਰੂਪੀ ਅੰਮ੍ਰਿਤ, ਅਗਾ ਜਾਣਾ, ਸੰਤੋਖੀ ਹੋ ਜਾਣਾ। ਤੇ ਸੰਤੋਖ ਜਿੱਥੇ ਹੈ ਨਾ, ਫਿਰ ਉੱਥੇ ਸਹਿਜ ਹੈ, ਫਿਰ ਉੱਥੇ ਪਿਆਰ ਹੈ, ਫਿਰ ਉੱਥੇ ਟਿਕਾ ਹੈ। ਫਿਰ ਅਗਲਾ ਸਵਾਲ ਸਤਿਗੁਰੂ ਜੀ ਸਾਡੇ ਸਾਹਮਣੇ ਰੱਖਦੇ ਨੇ। ਉਸ ਤੋਂ ਪਹਿਲੇ ਉੱਪਰ ਆਪਾਂ ਸਵਾਲ ਛੱਡਿਆ ਸੀ, ਗਿਆਨ ਕੀ ਮੁਦਰਾ ਕਮਨ ਉਦੂ ਸਿੱਧ ਕੀ ਕਮਨ ਕਮਾਈ। ਇੱਕੋ ਪੰਕਤੀ ਚ ਦੋ ਸਵਾਲ ਨੇ, ਜਿੰਦੇ ਚੋਂ ਇੱਕ ਦੀ ਗੱਲ ਸਤਿਗੁਰੂ ਜੀ ਇੱਥੇ ਕਰ ਰਹੇ ਨੇ, ਸਿੱਧ ਕੀ ਕਮਨ ਕਮਾਈ ਇਹ ਅਗਲੀਆਂ ਪੌੜੀਆਂ ਦੋ, ਉਹਦੇ ਵਿੱਚ ਸਿੱਧ ਦੀ ਕਮਾਈ ਦੀ ਗੱਲ ਕੀਤੀ। ਹੁਣ ਮੁਦਰਾ ਜਿਵੇਂ ਭੈਣ ਜੀ ਨੇ ਸਾਧਨ ਦੱਸਿਆ, ਯਾਨੀ ਜ਼ਰੀਆ, ਕਿਹੜੇ ਜ਼ਰੀਆ ਦੇ ਰਾਹੀਂ। ਤੇ ਪਿੱਛੇ ਹੀ ਆਪਾਂ ਪਿਛਲੇ ਉਹਦੇ ਵਿੱਚ ਹੀ ਅੰਮ੍ਰਿਤ ਦੀ ਜਿੱਥੇ ਗੱਲ ਕੀਤੀ ਵੀ ਗੁਰੂ ਦੇ ਗਿਆਨ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਆਹ ਸੋਰਸ ਸੀਗਾ ਕਿ ਗਿਆਨ ਦਾ ਸਾਧਨ ਕੀ ਹੈ, ਕਿੱਥੋਂ ਪੈਦਾ ਹੁੰਦਾ ਹੈ। ਤੇ ਗਿਆਨ ਗੁਰੂ ਦੇ ਸ਼ਬਦ ਤੋਂ ਪੈਦਾ ਹੁੰਦਾ ਹੈ, ਜਿਹਨੂੰ ਸਤਿਗੁਰ ਪਾਤਸ਼ਾਹ ਸੁਖਮਨੀ ਬਾਣੀ ਚ ਕਹਿੰਦੇ ਨਾ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਆਹ ਸੋਰਸ ਸੀਗਾ। ਬੜੀਆਂ ਥਾਵਾਂ ਤੇ ਸਤਿਗੁਰੂ ਜੀ ਨੇ ਗੁਰੂ ਨੂੰ ਗਿਆਨ ਦਾ ਸੋਰਸ ਕਿਹਾ। ਬਹੁਤ ਸਾਰੇ ਸ਼ਬਦ ਏਦਾਂ ਦੇ ਬਾਣੀ ਚ ਸਾਨੂੰ ਮਿਲ ਜਾਂਦੇ ਨੇ ਵੀ ਗੁਰੂ ਤੋਂ ਹੀ, ਜਦੋਂ ਆਸਾ ਕੀ ਵਾਰ ਚ ਜਦੋਂ ਅਸੀਂ ਦੇਖਦੇ ਹਾਂ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਤਾਂ ਗਿਆਨ ਦਾ ਸੋਰਸ ਕੀ ਸੀਗਾ? ਗੁਰੂ, ਯਾਨੀ ਸ਼ਬਦ, ਕਿਸੇ ਫਿਜ਼ੀਕਲ ਆਕਾਰ ਦੇ ਵਿੱਚ ਨਹੀਂ, ਜੋ ਸਾਨੂੰ ਜੀਵਨ ਦੀ ਜੁਗਤ ਦੇ ਰਿਹਾ। ਤੇ ਅਗਲਾ ਸਵਾਲ ਸਤਿਗੁਰ ਪਾਤਸ਼ਾਹ ਫਿਰ ਇੱਥੇ ਗੱਲ ਕਰਦੇ ਨੇ, ਕਵਨ ਬੁੱਧ ਜਿਤ ਅਸਥਿਰ ਰਹੀਏ ਕਿਤ ਭੋਜਨ ਤ੍ਰਿਪਤਾਸੇ। ਕਿਹੜੀ ਉਹ ਬੁੱਧੀ ਹੈ ਜਿਹਦੇ ਨਾਲ ਮਨ ਟਿਕ ਜਾਏ, ਅਕਲ ਸਮਝ ਉਹ ਕਿਹੜੀ ਹੈ, ਤੇ ਕਿਹੜੇ ਭੋਜਨ ਦੇ ਨਾਲ ਮਨ ਤ੍ਰਿਪਤ ਹੋ ਜਾਏ। ਹੁਣ ਜਿਵੇਂ ਪਹਿਲੇ ਬੇਨਤੀ ਕੀਤੀ ਸੀ, ਸਰੀਰਕ ਤਲ ਤੇ ਭੋਜਨ ਹੋਰ ਹੈ, ਜਿਹੜਾ ਅਸੀਂ ਵੈਲਿਊ ਦੀ, ਨਿਊਟ੍ਰੀਸ਼ਨ ਵੈਲਿਊ ਦੀ ਗੱਲ ਕਰਦੇ ਹਾਂ, ਪਰ ਮਨ ਲਈ ਭੋਜਨ ਅਲੱਗ ਹੈ। ਹੁਣ ਸਮਝ ਜਿਸ ਕੋਲ ਜਿੰਨੀ ਹੈ ਨਾ, ਉਹਨੇ ਆਪਣੀ ਉਹੀ ਸਮਝ ਵਰਤਣੀ, ਜਿਵੇਂ ਦੀ ਹੈ, ਚੰਗੀ ਹੈ, ਮੰਦੀ ਹੈ, ਉੱਚੀ ਦਿਸ਼ਾ ਚ ਹੈ, ਮਾੜੀ ਦਿਸ਼ਾ ਚ ਹੈ, ਵਾਧਾ ਘਾਟਾ ਬੰਦਾ ਉਸੇ ਅਕੋਰਡਿੰਗ ਚੱਲਦਾ ਹੈ। ਹੁਣ ਇਸੇ ਤਰ੍ਹਾਂ ਹੀ ਬੰਦਾ ਜਿਸ ਤਰ੍ਹਾਂ ਦੀ ਸਮਝ ਵਿੱਚ ਜੀ ਰਿਹਾ, ਉਦਾਂ ਦੀਆਂ ਬੁੱਧੀ ਦੀਆਂ ਪੌੜੀਆਂ ਚੜ੍ਹਦਾ ਜਾਂਦਾ, ਉਦਾਂ ਦਾ ਉਹਦਾ ਜੀਵਨ ਬਣਦਾ ਜਾਂਦਾ। ਤੇ ਜਿੱਦਾਂ ਦਾ ਭੋਜਨ ਮਨ ਛਕ ਰਿਹਾ, ਮਨ ਛਕ ਰਿਹਾ, ਜ਼ੁਬਾਨ ਨਹੀਂ। ਹੁਣ ਮਨ ਦਾ ਭੋਜਨ ਵੱਖਰਾ ਹੈ। ਮਨ ਚ ਜੇ ਲਾਲਚ ਹੈ ਤੇ ਅੱਖਾਂ ਦਾ ਭੋਜਨ ਵੀ ਬਦਲੇਗਾ, ਜੇਬਾਂ ਦਾ ਭੋਜਨ ਵੀ ਬਦਲੇਗਾ, ਹੱਥਾਂ ਦਾ ਭੋਜਨ ਵੀ ਬਦਲੇਗਾ। ਕਿਉਂਕਿ ਮਨ ਨੂੰ ਜਦੋਂ ਭੁੱਖ ਲੱਗਣੀ ਹੈ ਨਾ, ਤੇ ਇਹਦੇ ਕੋਲ ਬੜੇ ਸਾਰੇ ਮੂੰਹ ਨੇ। ਇਹਨੇ ਅੱਖਾਂ ਰਾਹੀਂ ਵੀ ਖਾਣਾ, ਇਹਨੇ ਕੰਨਾਂ ਰਾਹੀਂ ਵੀ ਖਾਣਾ, ਇਹਨੇ ਜੇਬਾਂ ਰਾਹੀਂ ਵੀ ਖਾਣਾ। ਤਾਂ ਇਹ ਵੱਖਰੇ ਵੱਖਰੇ ਤਰੀਕਿਆਂ ਨਾਲ ਭੋਜਨ ਛਕਦਾ, ਕਿਉਂਕਿ ਪਿੱਛੇ ਡਰਾਈਵਰ ਮਨ ਬੈਠਾ। ਮਨ ਜਿਸ ਹਾਲਾਤ ਵਿੱਚ ਹੈ, ਇਹਨੇ ਉਦਾਂ ਦਾ ਭੋਜਨ ਉਹਦੀ ਪੂਰਤੀ ਕਰਨੀ ਹੈ। ਔਰ ਉਹਦੀ ਜਿਹਨੂੰ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੁਆ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਜੇ ਅੰਦਰ ਮਨ ਲੋਭੀ ਰਾਜੇ ਦੀ ਨਿਆਈ ਕੰਮ ਕਰ ਰਿਹਾ,
ਤਾਂ ਇਹਨੇ ਤੇ ਆਪਣੀ ਮਜਲਸ ਲਾ ਕੇ ਆਪਣੀ, ਤੇ ਅੱਗੋਂ ਫਿਰ ਕਿਹਾ ਨਾ ਸਤਿਗੁਰ ਪਾਤਸ਼ਾਹ ਨੇ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾ। ਕਿਹੜੀ ਰਈਅਤ? ਆ ਮੇਰੇ ਗਿਆਨ ਇੰਦਰੇ, ਕਰਮ ਇੰਦਰੇ, ਇਹ ਵਿਚਾਰੇ ਤਾਂ ਵੈਸੇ ਹੀ ਅੰਨੇ ਨੇ। ਮਨ ਲਾਲਚ ਦਾ ਭਰਿਆ ਪਿਆ ਤੇ ਇਹਨੇ ਪੂਰਤੀ ਲਈ ਹਰ ਹੀਲਾ ਵਸੀਲਾ ਵਰਤੀ ਲੈਣਾ, ਤੇ ਪੂਰਤੀ ਲਈ ਇਹਨੇ ਤਰੀਕੇ ਵੀ ਲੱਭ ਲੈਣੇ ਨੇ। ਹੁਣ ਜਦੋਂ ਮਨ ਦੀ ਅਗਵਾਈ, ਕਿਹੜਾ ਮਨ? ਮਨ ਰਾਜਾ ਸੁਲਤਾਨ ਜਿਹੜਾ ਬਣ ਕੇ ਬੈਠਾ, ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਸਤਿਗੁਰ ਪਾਤਸ਼ਾਹ ਨੇ ਇਹ ਵੀ ਕਿਹਾ, ਜਦੋਂ ਕਿ ਇਹ ਮਨ, ਜਦੋਂ ਮਨ ਕੋਲ ਗੁਰੂ ਹੀ ਨਹੀਂ ਹੈ, ਸ਼ਬਦ ਹੀ ਨਹੀਂ ਹੈ, ਤਾਂ ਹੀ ਤਾਂ ਜਪ ਬਾਣੀ ਚ ਕਿਹਾ ਸੀ ਨਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਕਿੱਥੇ? ਗੁਰੂ ਦੇ ਕੋਲ, ਗੁਰੂ ਦੇ ਦਾਇਰੇ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਆ ਘੜਿਆ ਜਾਣਾ ਸੀਗਾ, ਪਰ ਮੈਂ ਤਾਂ ਆਇਆ ਹੀ ਨਹੀਂ। ਤਾਂ ਜਿੱਦਾਂ ਦਾ ਭੋਜਨ ਖਾਧਾ, ਜੇ ਮਨ ਲਾਲਚੀ ਹੋ ਕੇ ਬੈਠਾ ਹੈ ਤੇ ਇਹਨੇ ਭੋਜਨ ਅੱਖਾਂ ਨੂੰ ਕੋਈ ਚੰਗਾ ਤਾਂ ਖਵਾਉਣਾ ਨਹੀਂ। ਜੇ ਮਨ ਕਾਮੀ ਹੋ ਕੇ ਬੈਠਾ ਹੈ ਤਾਂ ਇਹਨੇ ਪਰਾਏ ਰੂਪ ਨੂੰ ਤੱਕਣ ਦੀਆਂ ਵਾਦੀਆਂ ਲੱਭ ਹੀ ਲੈਣੀਆਂ ਨੇ। ਇਹਨੇ ਉਹ ਸੋਰਸ ਵੀ ਲੱਭ ਲੈਣਾ ਤੇ ਉਹ ਕਰਵਾ ਵੀ ਲੈਣਾ, ਤੇ ਫਿਰ ਜਿੱਦਾਂ ਦਾ ਖਾਧਾ ਖੁਆਰ ਵੀ ਤਾਂ ਫਿਰ ਇਹ ਉਦਾਂ ਹੀ ਹੁੰਦਾ ਨਾ। ਜਦੋਂ ਗੁਰੂ ਜੀਵਨ ਚ ਨਹੀਂ ਹੈ ਤਾਂ ਫਿਰ ਇਹ ਸਾਰੇ ਦੇ ਸਾਰੇ ਗਿਆਨ ਇੰਦਰੇ, ਕਰਮ ਇੰਦਰੇ ਖੁਆਰੀ ਵਾਲਾ ਭੋਜਨ ਹੀ ਛਕ ਰਹੇ ਨੇ। ਫਿਰ ਇਹਨਾਂ ਨੂੰ ਚੰਗਾ ਭੋਜਨ ਖਾਣਾ ਨਹੀਂ ਆਉਂਦਾ, ਫਿਰ ਇਹਨਾਂ ਨੂੰ ਉੱਥੇ ਨਹੀਂ ਪਹੁੰਚਣਾ ਪੈਂਦਾ ਆਂਦਾ ਜਿੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਆਉਂਦਾ ਹੀ ਨਹੀਂ, ਕਿਉਂਕਿ ਗੁਰੂ ਨਹੀਂ ਹੈ। ਤਾਂ ਹੀ ਤਾਂ ਸਤਿਗੁਰ ਜੀ ਨੇ ਬਾਰ-ਬਾਰ ਬਾਣੀ ਦੇ ਵਿੱਚ ਗੁਰੂ ਕੋਲੋਂ ਸੋਹਣੀ ਮੱਤ ਦੀ ਮੰਗ ਕੀਤੀ ਹੈ। ਆਪਾਂ ਹੁਕਮਨਾਮਿਆਂ ਦੇ ਵਿੱਚ ਵੀ ਇੱਕ ਸ਼ਬਦ ਪੜ੍ਹਦੇ ਹਾਂ, ਜਿੰਦੇ ਅਖੀਰ ਚ ਸਤਿਗੁਰ ਪਾਤਸ਼ਾਹ ਕਹਿੰਦੇ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਨਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਨ। ਮਾਲਕ ਜੀ ਮੈਨੂੰ ਉਹ ਮੱਤ ਦਿਓ ਜਿੰਦੇ ਨਾਲ ਮੈਂ ਤੁਹਾਨੂੰ ਆਖ ਸਕਾਂ, ਅਰਾਧ ਸਕਾਂ, ਕਿਉਂਕਿ ਮੈਂ ਤਾਂ ਭੁੱਲ ਜਾਣਾ। ਜਿਹਨੂੰ ਕਿਹਾ ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ। ਜਿਹਨੂੰ ਕਿਹਾ ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਪੂਰਾ ਸ਼ਬਦ ਪੜ੍ਹ ਕੇ ਦੇਖੀਏ। ਮੇਰੀ ਤਾਂ ਸੰਗਤ ਵੀ ਮਾੜੀ, ਮੇਰੇ ਅੰਦਰ ਸੋਚ ਵੀ ਮਾੜੀ ਹੈ ਨਾ। ਮੇਰੀ ਪਹਿਲਾ ਬੰਦ ਵੀ ਜੀ ਕੱਢਣਾ ਉੱਪਰ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਸੰਗਤ ਵੀ ਪੋਚ ਯਾਨੀ ਮਾੜੀ, ਗੰਦੀ ਹੈ, ਅੰਦਰ ਹਮੇਸ਼ਾ ਗੰਦੇ ਵਿਚਾਰਾਂ ਦਾ ਤਾਣਾ ਬਾਣਾ ਹੀ ਚੱਲਦਾ ਪਿਆ। ਦਿਨ ਰਾਤ ਇਸੇ ਸੋਚ ਚ ਜੀਣਾ। ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ, ਕਿੱਥੋਂ ਪਾਰ ਪਵਾਂਗਾ ਇੰਨੀ ਮਾੜੀਆਂ ਸੋਚਾਂ ਚ ਜੀਣ ਵਾਲਾ। ਤੇ ਮਾਲਕ ਜੀ, ਧਰਤੀ ਦੇ ਆਸਰੇ ਰੱਬ ਜੀ, ਅਕਾਲ ਪੁਰਖ ਜੀ, ਤੁਸੀਂ ਤਾਂ ਇਹ ਆਤਮਿਕ ਜੀਵਨ ਦੇਣ ਵਾਲੇ ਹੋ। ਮੈਨੂੰ ਨਾ ਵਿਸਾਰੋ, ਭਾਵ ਮੈਂ ਤੁਹਾਨੂੰ ਨਾ ਭੁੱਲਾਂ, ਕਿਉਂਕਿ ਤੁਹਾਨੂੰ ਭੁੱਲ ਕੇ ਮੇਰੀ ਆਤਮਿਕ ਪੱਧਰ ਤੇ ਮੌਤ ਹੈ। ਤੇ ਇਸੇ ਹੀ ਜਵਾਬ ਨੂੰ ਹੋਰ ਐਕਸਟੈਂਡ ਕਰਦੇ ਹੋਏ ਸਤਿਗੁਰੂ ਜੀ ਨੇ ਫਿਰ ਅਖੀਰਲੀ ਪੰਕਤੀ ਦੇ ਵਿੱਚ ਕਿਹਾ, ਨਾਨਕ ਦੁੱਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗਰਾਸੈ। ਇਹ ਗੁਰੂ ਕੋਲੋਂ ਮਿਲਣਾ। ਹੁਣ ਇੱਥੇ ਇੱਕ ਚੀਜ਼ ਸਾਡੇ ਸਮਝਣ ਵਾਲੀ ਹੈ, ਬਹੁਤ ਧਿਆਨ ਦੇਣ ਵਾਲੀ ਹੈ। ਜਿਵੇਂ ਕੁਲਵਿੰਦਰ ਭੈਣ ਜੀ ਨੇ ਗ੍ਰਾਮਰ ਸਾਂਝੀ ਕਰਦੇ ਹੋਏ ਦੁੱਖ ਤੇ ਸੁੱਖ ਕਿਹਾ ਆਤਮਕ, ਆਪਾਂ ਇਹਨੂੰ ਬਹੁਤੀ ਵਾਰ ਏਦਾਂ ਵੀ ਕਹਿੰਦੇ ਆ ਕਿ ਦੁੱਖ ਭਾਵ ਵਿਛੋੜਾ ਜਦੋਂ ਸਿੰਗੂਲਰ ਫਾਰਮ ਵਿੱਚ ਆਇਆ, ਤੇ ਸੁੱਖ ਭਾਵ ਮਿਲਾਪ ਵਾਲਾ ਸੁੱਖ। ਹੁਣ ਦੁੱਖ ਤੇ ਸੁੱਖ ਆਪਾਂ ਦੁਨਿਆਵੀ ਪੱਧਰ ਤੇ ਇਹਨੂੰ ਜਦੋਂ ਦੇਖਦੇ ਹਾਂ ਤੇ ਅਸੀਂ ਕਹਿ ਦਿੰਦੇ ਹਾਂ ਦੁੱਖ ਸੁੱਖ ਸਮ ਕਰਕੇ ਜਾਪਣਾ ਜਾਂ ਜਾਣਨਾ, ਯਾਨੀ ਦੋਨੋਂ ਹਾਲਾਤਾਂ ਦੇ ਵਿੱਚ ਸਟੇਬਲ ਰਹਿ ਪਾਣਾ।
ਸੁੱਖਾਂ ਦੇ ਵਿੱਚ ਗਲਤਾਨ ਨਾ ਹੋਣਾ ਤੇ ਦੁੱਖਾਂ ਦੇ ਵਿੱਚ ਪਰੇਸ਼ਾਨ ਨਾ ਹੋਣਾ। ਜਦੋਂ ਸੁੱਖ ਹੁੰਦਾ ਤੇ ਬੰਦਾ ਬੜਾ ਹੰਕਾਰੀ ਹੋ ਜਾਂਦਾ, ਦੁੱਖ ਹੁੰਦਾ ਤੇ ਬੜਾ ਨਿੰਮੋ ਚੂਣਾ ਹੋ ਕੇ ਜਿਹੜਾ ਹੈ ਉਹ ਡਿਪਰੈਸ਼ਨ ਨੂੰ ਜਾਂਦਾ। ਪਰ ਹੁਣ ਇੱਥੇ ਉਹ ਸੁੱਖ ਦੁੱਖ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਮਿਲਾਪ ਦੀ ਤੇ ਵਿਛੋੜੇ ਦੀ। ਹੁਣ ਮਿਲਾਪ ਤੇ ਵਿਛੋੜੇ ਨੂੰ ਬਰਾਬਰ ਕਿੱਦਾਂ ਰੱਖਿਆ ਜਾ ਸਕਦਾ ਹੈ? ਸੋ ਇੱਥੇ ਸਾਨੂੰ ਸਮ ਦੇ ਅਰਥ ਥੋੜੇ ਸਮਝਣੇ ਪੈਣਗੇ। ਇੱਥੇ ਸਮ ਦੇ ਅਰਥ ਕਦੀ ਇਹ ਨਹੀਂ ਹੈ ਕਿ ਇੱਕੋ ਜਿਹਾ ਸਮਝੇ। ਦੁੱਖ ਨੂੰ ਦੁੱਖ ਤੇ ਸੁੱਖ ਨੂੰ ਸੁੱਖ ਸਮਝ ਪਾਣਾ। ਭਾਵ ਬਰਾਬਰ ਜਾਣਨ ਤੋਂ ਭਾਵ ਇਹੀ ਹੈ ਕਿ ਮਿਲਾਪ ਦੇ ਤਲ ਤੇ ਹੈ, ਪਰ ਵਿਛੋੜਾ ਇੰਦੀ ਵੀ ਹਾਲਤ ਨੂੰ ਸਮਝ ਸਕੀਏ ਕਿ ਵਿਛੋੜੇ ਨਾਲ ਜਿਹੜਾ ਹੈ ਨਾ ਆਤਮਕ ਮੌਤ ਸਹੇੜੀ ਹੋਈ ਹੈ ਅਸੀਂ। ਸਾਨੂੰ ਇੰਦੇ, ਕਿਉਂਕਿ ਜਦੋਂ ਸਾਨੂੰ ਇਹ ਦੋਨੋਂ ਗੱਲਾਂ ਸਮਝ ਆਣਗੀਆਂ ਨਾ, ਜਦੋਂ ਸਾਡਾ ਮਨ ਇੱਥੋਂ ਸਟਰੋਂਗ ਹੋ ਗਿਆ ਮਾਨਸਿਕ ਤੌਰ ਤੇ, ਤਾਂ ਪਰਿਵਾਰਕ, ਸਮਾਜਿਕ, ਸਰੀਰਕ ਆਦੀਆਂ ਵਿਆਧੀਆਂ ਉਪਾਧੀਆਂ, ਇਹਨਾਂ ਦੁੱਖਾਂ ਦਾ ਸਾਹਮਣਾ ਕਰਨਾ ਵੀ ਆ ਜਾਂਦਾ ਹੈ। ਕਬੀਰ ਸਾਹਿਬ ਨੇ ਇਸੇ ਨੂੰ ਕਿਹਾ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਜੇ ਮਨ ਸਟਰੋਂਗ ਹੈ ਤਾਂ ਤਨ ਦੇ ਦੁੱਖਾਂ ਦਾ ਡਰ ਕਿੱਦਾਂ ਲੱਗ ਸਕਦਾ? ਮਨ ਡਿੱਗਦਾ ਹੀ ਨਹੀਂ, ਡੋਲਦਾ ਹੀ ਨਹੀਂ। ਤੇ 52 ਅੱਖਰੀ ਦੇ ਵਿੱਚ ਨਾ ਇੱਕ ਸ਼ਲੋਕ, ਇੱਕ ਪਦਾ ਆਂਦਾ ਜਿੱਥੇ ਕਹਿੰਦੇ ਨੇ ਇਹ ਉਲਝ ਕੇ ਇਹਨੂੰ ਸੁਲਝਣਾ ਹੀ ਨਹੀਂ ਆਂਦਾ। ਕਿਉਂ ਨਹੀਂ ਆਂਦਾ? ਕਿਉਂਕਿ ਇਹਦੇ ਕੋਲ ਝਿਜਕ ਹੈ, ਤੇ ਜੇ ਜੀਵਨ 'ਚ ਝਿਜਕ ਹੋਏਗੀ ਤਾਂ ਫਿਰ ਤਾਂ ਕੋਈ ਕੰਮ ਵੀ ਸਿਰੇ ਨਹੀਂ ਚੜਦਾ। ਉਹ ਤੇ ਕਹਿੰਦੇ ਨੇ ਝੱਜਾ ਉਰਜ ਸੁਰਜ ਨਹੀਂ ਜਾਣਾ। ਕਹਿੰਦੇ ਕਮਲਾ ਮਨੁੱਖ ਆਪਣੀਆਂ ਉਲਝਣਾਂ ਦੇ ਵਿੱਚ ਹੀ ਉਲਝਿਆ ਪਿਆ। ਕਿਹੜੀਆਂ ਉਲਝਣਾਂ? ਇਹ ਵਿਕਾਰਾਂ ਵਾਲੀਆਂ। ਇਹਨਾਂ ਚੋਂ ਬਾਹਰ ਹੀ ਨਹੀਂ ਆ ਪਾ ਰਿਹਾ ਤੇ ਇਥੋਂ ਇਹਨੂੰ ਸੁਲਝਣਾ ਨਹੀਂ ਆਂਦਾ। ਕਿਉਂ? ਰਿਓ ਝਿਜਕ ਨਾ ਹੀ ਪਰਵਾਨਾ। ਜਦ ਤੱਕ ਇਹਨੂੰ ਉਲਝਣਾਂ ਚੋਂ ਨਿਕਲਣ ਦੀ ਇਹਨੇ ਜਾਚ ਨਹੀਂ ਸਿੱਖੀ। ਕਿਉਂ? ਕਿਉਂਕਿ ਇਹਦੇ ਅੰਦਰ ਝਿਜਕ, ਸਹਿਮ, ਝਾਕਾ। ਹੁਣ ਆਪਾਂ ਸਭ ਨੇ ਛੋਟੇ ਹੁੰਦਿਆਂ ਕਨਵੇਂਸ ਚਲਾਣੀ ਸਿੱਖੀ ਹੋਈ ਨਾ, ਕਿਸੇ ਨੇ ਸਾਈਕਲ, ਕਿਉਂਕਿ ਸਾਈਕਲ ਤੋਂ ਹੀ ਸ਼ੁਰੂਆਤ ਕਰਦੇ ਹਾਂ। ਜੇ ਝਿਜਕ ਹੁੰਦੀ ਤਾਂ ਕੀ ਆਪਾਂ ਸਿੱਖ ਪਾਣਾ ਸੀ? ਕੋਈ ਵੀ ਚੀਜ਼ ਤੁਸੀਂ ਆਪਣੀ ਜ਼ਿੰਦਗੀ ਦੀ ਦੇਖੋ, ਜਦੋਂ ਤੁਸੀਂ ਝਿਜਕ ਨੂੰ, ਸਹਿਮ ਨੂੰ, ਡਰ ਨੂੰ ਪਾਸੇ ਕਰਦੇ ਹੋ, ਤੁਸੀਂ ਸਿੱਖਣ ਜੋਗੇ ਹੋ ਜਾਂਦੇ ਹੋ। ਤੇ ਜੇ ਮੈਂ ਰੱਬ ਜੀ ਪ੍ਰਤੀ ਡਰਦਾ ਹੀ ਰਿਹਾ, ਨਿਰਮਲ ਭਉ ਚਾਹੀਦਾ ਸੀਗਾ, ਪਰ ਜੇ ਮੈਂ ਡਰ ਚ ਹੀ ਜੀਆ ਤੇ ਫਿਰ ਤਾਂ ਹਾਏ ਪਤਾ ਨਹੀਂ ਸਜ਼ਾ ਨਾ ਦੇ ਦੇਵੇ, ਹਾਏ ਇੰਜ ਨਾ ਕਰ ਦੇਵੇ, ਅੱਜ ਮੇਰੇ ਕੋਲ ਆ ਨਹੀਂ ਹੋਇਆ, ਅੱਜ ਮੈਂ ਇਹ ਧਾਰਮਿਕ ਕਰਮ ਨਹੀਂ ਕੀਤਾ। ਡਰਾਵਾ ਹੀ ਤਾਂ ਦਿੱਤਾ ਗਿਆ ਅੱਜ ਤੱਕ ਸਾਨੂੰ, ਇਹ ਨਹੀਂ ਕਰੋਗੇ ਤਾਂ ਇੰਜ ਹੋ ਜਾਏਗਾ। ਇੱਕ ਪਾਸੇ ਮੈਂ ਪੜਦਾ ਵਾਂ ਉਹ ਨਿਰਵੈਰ ਹੈ, ਇੱਕ ਪਾਸੇ ਮੈਂ ਪੜਦਾ ਵਾਂ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਇੱਕ ਪਾਸੇ ਮੈਂ ਪੜਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਫਿਰ ਮੈਂ ਵੀ ਕਹਿਣਾ ਵਾਂ ਹਾਏ ਉਹ ਸਜ਼ਾ ਵੀ ਦੇ ਦਿੰਦਾ ਹੈ, ਰੱਬ ਨੇ ਪਤਾ ਨਹੀਂ ਕਿਹੜੇ ਮੈਨੂੰ ਕਰਮਾਂ ਦੀ ਸਜ਼ਾ ਦਿੱਤੀ। ਰੱਬ ਨਹੀਂ ਸਜ਼ਾ ਦਿੰਦਾ, ਉਹ ਮੇਰਾ ਬੀਜਿਆ ਹੋਇਆ ਹੈ ਜੋ ਮੈਂ ਵੱਢ ਰਿਹਾ, ਕਿਉਂਕਿ ਉਹ ਤਾਂ ਇਸ ਸਾਰੇ ਖਲ ਜਗਨ ਤੋਂ ਨਿਰਲੇਪ ਹੈ। ਉਹਨੇ ਇੱਕ ਨਿਮਾਵਲੀ ਬਣਾ ਦਿੱਤੀ, ਜਿੱਦਾਂ ਦਾ ਬੀਜ ਪਾਏਗਾ, ਜਿਹੜੀ ਗੱਲ ਆਪਾਂ ਸ਼ੁਰੂ ਚ ਕੀਤੀ, ਜਿੱਦਾਂ ਦਾ ਭੋਜਨ ਖਾਏਗਾ ਉਦਾਂ ਦਾ ਬਣ ਜਾਏਗਾ। ਖਵਾ ਲੈ ਮਨ ਨੂੰ ਜਿਹੜਾ ਭੋਜਨ ਖਵਾਣਾ ਹੈ, ਤੂੰ ਆਜ਼ਾਦ ਹੈ। ਵਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਕੋ ਦੋਏ ਫਲ ਲਾਏ। ਵਿਲ ਟੂ ਚੂਜ਼ ਹੈ ਤੇਰੇ ਕੋਲ, ਤੂੰ ਚਾਹੇ ਗੁਰੂ ਵਾਲਾ ਰਾਹ ਅਪਣਾ ਲੈ, ਚਾਹੇ ਆਪਣੇ ਮਨ ਵਾਲਾ। ਤਾਂ ਮਨ ਵਾਲਾ ਅਪਣਾਇਆ ਤਾਂ ਫਿਰ ਇਹ ਲਾਂਭਾ ਨਾ ਦਈ ਕਿ ਇੰਜ ਕਿਉਂ। ਇਸੇ ਨੂੰ ਹੀ ਸਤਿਗੁਰ ਪਾਤਸ਼ਾਹ ਨੇ ਕਿਹਾ ਨਾ, ਇਹ ਮਨ ਜੈਸਾ ਸੇਵੇਂ ਤੈਸਾ ਹੋਏ ਤੇ ਵੇਹੇ ਕਰਮ ਕਮਾਏ, ਜਿਹਾ ਬੀਜ ਤਿਹਾ ਹੀ ਖਾਵਨਾ, ਤਿਆ ਕਛੂ ਨਾ ਜਾਏ। ਜੇ ਤੈਨੂੰ ਉਲਝ ਕੇ ਸੁਲਝਣਾ ਹੀ ਨਹੀਂ ਆਇਆ, ਕਿਉਂਕਿ ਤੇਰੇ ਅੰਦਰ ਦੀ ਝਿਜਕ ਹੀ ਨਹੀਂ ਗਈ, ਘੱਤ ਚੱਖ ਚੱਕ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਝਗੜਿਆਂ ਚ ਰਿਹਾ
ਝਗੜਿਆਂ 'ਚ ਹੀ, ਬਹਿਸਾਂ ਬੇਮਾਸਾਂ 'ਚ ਹੀ ਰਿਹਾ, ਕਿਉਂਕਿ ਗੁਰੂ ਤੋਂ ਮਿਲਣ ਵਾਲੇ ਗਿਆਨ ਰੂਪੀ ਭੋਜਨ ਨਾਲ ਕਾਲ ਨਹੀਂ ਗਰਾਸਦਾ। ਪਿੱਛੇ ਪੁੱਛਿਆ ਨਾ, ਕਿਤ ਭੋਜਨ ਤ੍ਰਿਪਤਾਸੇ, ਪਹਿਲੇ ਕਿਆ ਮਨ ਕਿੱਦਾਂ ਟਿਕੇ, ਕਿਤ ਬਿਦ ਕਵਨ ਬੁੱਧ ਜਿਤ ਅਸਥਿਰ ਰਹੀਏ, ਟਿਕ ਕੇ ਰਹਿ ਸਕੀਏ, ਤੇ ਕਿਤ ਭੋਜਨ ਤ੍ਰਿਪਤਾਸੇ। ਉਹਦਾ ਜਵਾਬ ਦੇ ਰਹੇ ਨੇ ਕਿ ਸਤਿਗੁਰ ਤੇ ਕਾਲ ਨਾ ਗਰਾਸੇ, ਤੇ ਸਤਿਗੁਰ ਤੇ ਦੁੱਖ ਸੁੱਖ ਸਮ ਕਰ ਜਾਪੇ। ਦੋਨੋਂ ਹੀ ਚੀਜ਼ਾਂ ਗੁਰੂ ਤੋਂ ਪ੍ਰਾਪਤ ਹੁੰਦੀਆਂ, ਯਾਨੀ ਗੁਰੂ ਤੋਂ ਮਿਲਣ ਵਾਲੇ ਗਿਆਨ ਰੂਪੀ ਭੋਜਨ ਦੇ ਨਾਲ ਜਦੋਂ ਮੈਨੂੰ ਗੁਰੂ ਵਾਲਾ ਗਿਆਨ ਮਿਲ ਜਾਂਦਾ ਹੈ ਨਾ, ਤਾਂ ਫਿਰ ਇਹ ਆਤਮਕ ਮੌਤ ਨਹੀਂ ਹੁੰਦੀ, ਜਿਹਨੂੰ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਨਹੀਂ ਮੌਤ ਹੁੰਦੀ। ਜਿਹਨੂੰ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਆਪਾਂ ਜ਼ਿਆਦਾਤਰ ਘਰ 'ਚ ਕਿਸੇ ਦਾ ਜਨਮ ਦਿਨ ਹੁੰਦੇ ਆ ਨਾ, ਤਾਂ ਫਿਰ ਆਪਾਂ ਇਹ ਸ਼ਬਦ ਪੜ੍ਹਦੇ ਹਾਂ। ਪਰ ਸਤਿਗੁਰ ਪਾਤਸ਼ਾਹ ਦੇਖੋ ਕਿੱਦਾਂ ਸਾਨੂੰ ਉਹਦੇ 'ਚ ਵੀ ਇਸ ਨਾ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਸਾਡੇ ਆਤਮਿਕ ਜੀਵਨ ਦੀ ਗੱਲ ਕਰ ਰਹੇ। ਗੁਰੂ ਕੋਲੋਂ ਇਹ ਆਸੀਸ ਪੁੱਤਾ, ਮਾਤਾ ਕੀ ਆਸੀਸ, ਗੁਰੂ ਮਾਂ ਕੋਲੋਂ ਮੈਨੂੰ ਇਹ ਮੇਰੇ ਮਨ ਨੂੰ ਆਸੀਸ ਮਿਲੇ ਨਾ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਸਮਝ, ਇਹ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਰੋਜ਼ ਮੈਂ ਪੜਦਾ ਵਾਂ, ਪਰ ਮੈਂ ਰੋਜ਼ ਹੀ ਭੁਲਾ ਦੇਣਾ ਵਾਂ। ਉੱਥੇ ਹੀ ਕਿਹਾ ਫਿਰ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅੰਮ੍ਰਿਤ ਪੀਣ ਦੀ ਜਾਚ ਗੁਰੂ ਨੇ ਸਿਖਾਣੀ ਹੈ। ਗੁਰੂ ਨੇ ਮੈਨੂੰ ਇਸ ਪਾਸੇ ਵੱਲੋਂ ਜਿਹੜਾ ਮੈਂ ਹਰ ਵੇਲੇ ਆਤਮਿਕ ਪੱਧਰ ਤੇ ਮੌਤ ਸਹੇੜੀ ਹੋਈ ਏ, ਉੱਥੋਂ ਬਚਾਣਾ। ਪਰ ਉਹਦੇ ਲਈ ਮੈਨੂੰ ਗੁਰੂ ਕੋਲ ਆਉਣਾ ਪਏਗਾ, ਉਸ ਦਾਇਰੇ 'ਚ ਜ਼ਿੰਦਗੀ ਜੀਣੀ ਪਏਗੀ, ਗੁਰੂ ਦੇ ਗਿਆਨ ਦੀ ਕਮਾਈ ਕਰਨੀ ਪਏਗੀ, ਤਾਂ ਹੀ ਜੀਵਨ ਜਿਹੜਾ ਹੈ ਉਹ ਟਿਕਾ ਵਾਲਾ ਵੀ ਬਣ ਸਕੇਗਾ। ਕਿਉਂਕਿ ਫਿਰ ਇੱਥੇ ਬੈਠ ਕੇ ਮੇਰੇ ਮਨ ਨੂੰ ਭੋਜਨ ਮਿਲਦਾ, ਨਹੀਂ ਤਾਂ ਮਨ ਤਾਂ ਫਿਰ ਆਲੇ ਦੁਆਲਿਓਂ ਬੜਾ ਗੰਦਮੰਦ ਖਾਈ ਜਾਂਦਾ। ਚੰਗਾ ਹੀ ਬਹੁਤ ਲੱਗਦਾ, ਬੱਚਿਆਂ ਨੂੰ ਪੁੱਛ ਕੇ ਦੇਖੋ ਫਾਸਟ ਫੂਡ ਕਿੰਨਾ ਪਸੰਦ ਹੈ, ਘਰ ਦੀ ਰੋਟੀ ਨਹੀਂ ਚੰਗੀ ਲੱਗਦੀ। ਮਨ ਵੀ ਤਾਂ ਬੱਚਾ ਹੈ ਨਾ, ਇਹਨੂੰ ਵੀ ਫਾਸਟ ਫੂਡ ਚੰਗਾ ਲੱਗਦਾ, ਸੌਖੇ ਤਰੀਕੇ ਚੰਗੇ ਲੱਗਦੇ ਨੇ। ਇਹ ਆਪਣਾ ਸੁਭਾਅ ਨਹੀਂ ਬਦਲਣਾ ਚਾਹੁੰਦਾ, ਪਰ ਬਾਰ-ਬਾਰ ਇਹਨੂੰ ਫੜ ਕੇ ਗੁਰੂ ਕੋਲ ਲਿਆਣਾ ਤੇ ਗੁਰੂ ਵਾਲੀ ਜੀਵਨ ਜਾਚ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਾਉਣ ਦਾ ਯਤਨ ਕਰਨਾ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ 'ਚ ਥਾਂ ਦੇ ਸਕੀਏ, ਇੰਪੋਰਟੈਂਸ ਦੇ ਸਕੀਏ, ਤੇ ਇਸ ਅਨੁਸਾਰ ਹੀ ਆਪਣਾ ਜੀਵਨ ਜੀ ਸਕੀਏ। ਮੈਂ ਇੱਥੇ ਸਮਾਪਤੀ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।